परम पवित्र भगवा ध्वज ਅਤੇ ਸਵੈਂਸੇਵਕ ਬੰਧੂ, ਵਿਆਸ ਪੂਰਨਿਮਾ ਅਰਥਾਤ ਗੁਰ ਪੂਰਨਿਮਾ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਆਪਣੇ ਦੇਸ਼ ਦੇ ਵਿੱਚ ਗੁਰੂ ਸ਼ਬਦ ਦਾ ਮਹੱਤਵ ਇਤਨਾ ਅਧਿਕ ਹੈ, ਉਸ ਦੇ ਬਾਰੇ ਦੁਨੀਆ ਦੇ ਕਿਸੇ ਵੀ ਪੜ੍ਹੇ ਲਿਖੇ ਵਿਅਕਤੀ ਨੂੰ ਉਸ ਦੀ ਕਲਪਨਾ ਕਰਨਾ ਵੀ ਬੜਾ ਕਠਿਨ ਹੈ। ਆਮ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਸਾਰੀ ਦੁਨੀਆ ਦੇ ਵਿੱਚ ਗੁਰੂ ਦਾ ਅਰਥ ਇੱਕ ਅਧਿਆਪਕ ਤੋਂ ਆਪਾਂ ਲੈਂਦੇ ਹਾਂ, ਟੀਚਰ ਤੋਂ ਲੈਂਦੇ ਹਾਂ, ਜਿਹੜਾ ਸਾਨੂੰ ਪੜ੍ਹਾਉਂਦਾ ਹੈ ਔਰ ਉਸ ਦੇ ਬਦਲੇ ਅਸੀਂ ਉਸ ਨੂੰ ਕੁਝ ਧਨ, ਕੁਝ ਰਾਸ਼ੀ, ਕੁਝ ਪੈਸਾ ਦਿੰਦੇ ਹਾਂ। ਇਤਨਾ ਹੀ ਅਰਥ ਇੱਕ ਗੁਰੂ ਦੇ ਪ੍ਰਤੀ ਸਾਰੀ ਦੁਨੀਆ ਦੇ ਵਿੱਚ ਹੈ। ਪਰੰਤੂ ਆਪਣੇ ਦੇਸ਼ ਦੇ ਵਿੱਚ ਇੱਕ ਸਾਮਾन्य ਵਿਅਕਤੀ ਤੋਂ ਲੈ ਕੇ ਔਰ ਅਸਾਮਾन्य ਬੜੇ ਵਿਅਕਤੀਆਂ ਤੱਕ ਨੇ ਜਿਹੜਾ ਗੁਰੂ ਦੇ ਮਹੱਤਵ ਦੱਸਿਆ ਹੈ, ਯਾਨੀ ਇਤਨੀ ਬੜੀ ਕਲਪਨਾ ਸ਼ਾਇਦ ਹੀ ਕਿਸੇ ਦੇਸ਼ ਦੇ ਵਿੱਚ ਕੀਤੀ ਗਈ ਹੈ ਜਿੱਥੇ ਤੱਕ ਕਿਹਾ ਗਿਆ ਵੀ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋ ਪਾਏ, ਬਲਿਹਾਰੀ ਗੁਰ ਆਪਨੇ ਜਿਨ ਗੋਬਿੰਦ ਦਿਓ ਮਿਲਾਏ। ਅਰਥਾਤ ਗੁਰੂ ਦਾ ਇਤਨਾ ਮਹੱਤਵ ਹੈ ਕਿ ਪਰਮਾਤਮਾ ਤੋਂ ਵੀ ਉੱਚਾ ਸਥਾਨ ਜਿਹੜਾ ਹੈ ਉਹ ਗੁਰੂ ਨੂੰ ਦਿੱਤਾ ਗਿਆ ਔਰ ਉਸ ਦਾ ਕਾਰਨ ਦੱਸਿਆ ਗਿਆ ਕਿ ਪਰਮਾਤਮਾ ਨੂੰ ਦੱਸਣ ਦਾ ਮਾਧਿਅਮ, ਪਰਮਾਤਮਾ ਤੱਕ ਜਾਣ ਦਾ ਮਾਧਿਅਮ ਗੁਰੂ ਹੀ ਹੈ। ਅਰਥਾਤ ਭਾਰਤ ਦੇ ਵਿੱਚ ਵਿਅਕਤੀ ਦੇ ਜਨਮ ਦਾ ਉਦੇਸ਼ ਖਾਣਾ ਪੀਣਾ ਨਹੀਂ, ਬਲਕਿ ਪਰਮਾਤਮਾ ਤੱਕ ਪਹੁੰਚਣਾ ਹੈ। ਅਰਥਾਤ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਵਿਲੀਨ ਕਰਨਾ ਹੈ। ਇਸ ਕਰਕੇ ਉੱਥੇ ਤੱਕ ਪਹੁੰਚਣ ਦਾ ਜਿਹੜਾ ਮਾਧਿਅਮ ਹੈ ਉਹ ਹੈ ਗੁਰੂ। ਆਪਣੇ ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈ ਪ੍ਰਕਾਰ ਦੇ ਗੁਰੂਆਂ ਦਾ ਸਹਿਯੋਗ ਸਾਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ। ਆਮ ਤੌਰ 'ਤੇ ਇੱਕ ਸਾਮਾन्य ਵਿਅਕਤੀ ਦੇ ਜੀਵਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੁਰੂ ਮਾਤਾ ਪਿਤਾ ਨੂੰ ਮੰਨਦੇ ਹਾਂ, ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਨੂੰ ਆਪਣੇ ਪਰਿਵਾਰ, ਆਪਣੇ ਸਮਾਜ ਦੀ ਜਾਣਕਾਰੀ ਮਿਲਦੀ ਹੈ। ਆਪਾਂ ਕਿਸ ਗੋਤਰ 'ਤੇ ਸਾਡਾ ਜਨਮ ਹੋਇਆ ਹੈ, ਸਾਡੇ ਪਰਿਵਾਰ ਦਾ ਪਿਛੋਕੜ ਕੀ ਹੈ, ਇਸ ਦੀ ਸਾਰੀ ਜਾਣਕਾਰੀ ਸਾਨੂੰ ਆਪਣੇ ਮਾਤਾ ਪਿਤਾ ਤੋਂ ਮਿਲਦੀ ਹੈ। ਇਸ ਕਰਕੇ ਪ੍ਰਥਮ ਗੁਰੂ, ਪਹਿਲਾ ਗੁਰੂ ਮਾਤਾ ਪਿਤਾ ਨੂੰ ਮੰਨਿਆ ਗਿਆ ਹੈ। ਦੂਸਰਾ, ਜਦੋਂ ਅਸੀਂ ਸਕੂਲੀ ਸਿੱਖਿਆ ਲਈ ਜਾਂਦੇ ਹਾਂ, ਵਿਦਿਆਲੇ ਦੇ ਵਿੱਚ ਜਾਂਦੇ ਹਾਂ, ਅਤੇ ਉੱਥੇ ਜਿਹੜਾ ਗੁਰੂ ਸਾਨੂੰ ਮਿਲਦਾ ਹੈ, ਜਿਹੜਾ ਸਾਨੂੰ ਪੜ੍ਹਾਉਂਦਾ ਹੈ, ਜੀਵਨ ਦੇ ਵਿੱਚ ਇੱਕ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਵੀ ਆਪਣੇ ਦੇਸ਼ ਦੇ ਵਿੱਚ ਗੁਰੂ ਦਾ ਸਥਾਨ ਦਿੱਤਾ ਗਿਆ। ਇਸ ਪੜ੍ਹਾਈ ਤੋਂ ਇਲਾਵਾ ਵੀ ਕਈ ਵਾਰੀ ਸਾਡੇ ਆਪਣੇ ਜੀਵਨ ਦੇ ਵਿੱਚ ਕੁਝ ਜ਼ਰੂਰਤ ਪੈਂਦੀ ਹੈ, ਕੁਝ ਕਿੱਤੇ ਲਈ, ਕਾਰੋਬਾਰ ਲਈ, ਜੀਵਨ ਯਾਪਨ ਲਈ ਵੀ, ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਹੈ ਲੇਕਿਨ ਆਪਣੇ ਜੀਵਨ ਯਾਪਨ ਲਈ ਵੀ ਕੋਈ ਕੰਮ ਕਰਨਾ ਹੈ, ਉਸ ਨੂੰ ਵੀ ਆਪਣੇ ਦੇਸ਼ ਦੇ ਵਿੱਚ ਗੁਰੂ ਦਾ ਸਥਾਨ, ਉਸਤਾਦ ਕਿਹਾ। ਕੋਈ ਬਿਜਲੀ ਦਾ ਕੰਮ ਸਿੱਖਦਾ ਹੈ, ਕੋਈ ਮੋਟਰ ਮਕੈਨਿਕ ਦਾ ਕੰਮ ਸਿੱਖਦਾ ਹੈ, ਮਿਸਤਰੀ ਦਾ ਕੰਮ ਸਿੱਖਦਾ ਹੈ, ਬੜਾਈ ਦਾ ਕੰਮ ਸਿੱਖਦਾ ਹੈ। ਤਾਂ ਆਪਣੇ ਜੀਵਨ ਨੂੰ ਚਲਾਉਣ ਲਈ ਜਿਹੜਾ ਵਿਅਕਤੀ ਸਾਨੂੰ ਰਾਹ ਦਿਖਾਉਂਦਾ ਹੈ, ਉਸ ਨੂੰ ਵੀ ਆਪਣੇ ਦੇਸ਼ ਦੇ ਵਿੱਚ ਗੁਰੂ, ਉਸਤਾਦ ਦੀ ਕਿਹਾ ਜਾਂਦਾ ਹੈ ਔਰ ਉਸ ਦੇ ਪ੍ਰਤੀ ਵੀ ਇੱਕ ਸ਼ਰਧਾ ਜਿਹੜੀ ਹੈ ਉਹ ਰੱਖੀ ਜਾਂਦੀ ਹੈ। ਜੀਵਨ ਤੋਂ ਅੱਗੇ ਚੱਲ ਕੇ ਪੜ੍ਹਾਈ ਲਿਖਾਈ ਪੂਰੀ ਹੋ ਗਈ, ਜੀਵਨ ਲਈ ਵੀ ਸਾਡੇ ਸਾਧਨ ਉਪਲਬਧ ਹੋ ਗਿਆ, ਫਿਰ ਪਰਿਵਾਰਿਕ ਜੀਵਨ ਦੇ ਵਿੱਚ ਵੀ ਕੁਝ ਸਮੱਸਿਆਵਾਂ ਆਉਂਦੀਆਂ ਨੇ, ਕੁਝ ਦਿੱਕਤਾਂ ਆਉਂਦੀਆਂ ਨੇ। ਉਸ ਨੂੰ ਦੂਰ ਕਰਨ ਲਈ ਵੀ ਕੋਈ ਨਾ ਕੋਈ ਐਸਾ ਇੱਕ ਵਿਅਕਤੀ ਜਿਸ ਦੇ ਉੱਤੇ ਸਾਨੂੰ ਵਿਸ਼ਵਾਸ ਹੈ ਔਰ ਉਹ ਜਿਹੜਾ ਹੈ ਸਾਨੂੰ ਵੀ ਜਾਣਦਾ ਹੈ, ਸਾਡੇ ਪਰਿਵਾਰ ਨੂੰ ਜਾਣਦਾ ਹੈ, ਸਾਡੇ ਪਰਿਵਾਰ ਦੀ ਰੀਤੀ ਰੀਤੂ ਨੂੰ ਜਾਣਦਾ ਹੈ, ਐਸੇ ਕਿਸੇ ਵਿਅਕਤੀ ਨੂੰ ਵੀ ਆਪਾਂ ਗੁਰੂ ਦਾ ਸਥਾਨ ਦਿੰਦੇ ਹਾਂ, ਗੁਰੂ ਦੇ ਰੂਪ ਵਿੱਚ ਉਸ ਦੀ ਪੂਜਾ ਕਰਦੇ ਹਾਂ ਔਰ ਉਹ ਜੀਵਿਤ ਰਹਿੰਦੇ ਹੋਏ, ਜੀਵਿਤ ਤੁਰਦਾ ਫਿਰਦਾ ਸਾਡੇ ਪਰਿਵਾਰ ਦੇ ਵਿੱਚ ਆਉਂਦਾ ਹੈ, ਸਾਨੂੰ ਮਾਰਗਦਰਸ਼ਨ ਕਰਦਾ ਹੈ, ਸਾਡੀ ਸਮੱਸਿਆਵਾਂ ਸੁਲਝਦਾ। ਉਹ ਦਾਦੇ ਤੋਂ ਲੈ ਕੇ ਪੋਤੇ ਤੱਕ ਔਰ ਬਹੂ ਤੋਂ ਲੈ ਕੇ ਸੱਸ ਤੱਕ ਉਸ ਦੀ ਪਹੁੰਚ ਹੁੰਦੀ ਹੈ। ਉਹ ਜੋ ਕੁਝ ਕਹਿੰਦਾ ਹੈ ਲੋਕਾਂ ਨੂੰ ਲੱਗਦਾ ਹੈ ਸਾਡੇ ਪਰਿਵਾਰ ਦੀ ਗੱਲ ਕਰ ਰਿਹਾ ਹੈ। ਉਸ ਦਾ ਵੀ ਬੜਾ ਮਹੱਤਵ ਸੀ। ਪੁਰਾਣੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਪਰਿਵਾਰ ਦੇ ਸਾਰੀ ਸਮੱਸਿਆਵਾਂ ਦੇ ਪ੍ਰਤੀ ਬੜਾ ਜਾਗਰੂਕ ਉਹਨਾਂ ਦਾ ਨਜ਼ਰੀਆ ਹੁੰਦਾ ਸੀ। ਅੱਜ ਵੀ ਆਪਣੇ ਪਿੰਡ ਵਿੱਚ ਆਪਾਂ ਦੇਖਦੇ ਹਾਂ
कि हर पिंड दे कोई ना कोई मंदिर है, उत्थे कोई ना कोई संत महात्मा है, डेरा है, जिथे परिवार के लोग जाते हैं और उन्हों की समस्या का समाधान उन्होंने द्वारा होता है। एक इस तो उच्चे एक परिवार, जिस तरह अपना परिवार है, अपना जीवन है, उसी तरह ये अपना देश भी है, अपना समाज भी है। तो अपने देश को चलाने के लिए भी, अपने देश को दिशा देने के लिए भी एक गुरु की जरूरत है, जिसके मार्गदर्शन के विच आपां सारे अपने देश को चलाने। देश भी एक जीवित इकाई है, इसनों भी मार्गदर्शन की जरूरत है। ऐसा समय समय से विचार किया गया और अपने देश को जिहड़ा दिशा दिंदा है, जिहड़ा मार्गदर्शन करता है, उसनों भी एक गुरु की जिहड़ी है वो संज्ञा दी गई, उसका नाम दिता गया। आम तौर पर व्यवहारिक जीवन के विच असी ये 4 प्रकार के गुरु का ध्यान करते हैं, लेकिन जिहड़ा देश के बारे विचार करता है, देश को चलाने का प्रयास करता, देश को दिशा देने की गल करता है, उसका भी अपने देश के विच बड़ा महत्व है। हुण साडे ध्यान च आएगा कि ये जिहड़ी गुरु परंपरा है, इसकी शुरुआत जिहड़ी है वो कित्थों है। अज आपां भगवत ध्वज के सामने प्रार्थना कर रहे हैं, भगवत ध्वज के सामने बातचीत कर रहे हैं, संघ ने भगवत ध्वज को गुरु मन्या है। तो ये भगवत ध्वज का इतिहास की है और ये गुरु परंपरा का भगवत ध्वज के नाल, देश के नाल की संबंध है। तो जिस तरह मैं गल करता सी कि भी एक सामान्य व्यक्ति तो लैके और देश तक की जरूरत को ये ध्वज पूरा करता है। तो जिहड़ा भगवा का एक रूप ये भी है कि जिहड़ा भगवान का दिता होया, तो ये जिहड़ा गुरु है ये भगवान का ही दिता होया, भगवान के बारे ही दसदा है। इस करके भगवा का एक ये भी है कि भगवान का दिता होया। ये कदों तो दिता है, कदों तो साडे जीवन दे विच भगवा ध्वज है। तो असी सृष्टि काल तो देखते हैं, क्योंकि जदों अपनी सृष्टि का निर्माण होया तो पहला जिहड़ा युग सी उसनूं सतयुग कहा जाता सी। तो सतयुग दे विच क्योंकि कोई व्यक्ति कोई भगवान की कल्पना नहीं सी, तो उस वेले गुरु कौन सी? उस वेले प्रकृति नूं गुरु मन्निया जाता सी। सत्य ही गुरु सी, धर्म ही गुरु सी। ते सारे सत्य का पालन करते सी, धर्म का पालन करते सी, लेकिन फिर भी उन्होंने गुरु की जरूरत सी। इस करके उस वेले सतयुग दे विच लोग यज्ञ करते सी। तो जिस वेले यज्ञ करते सी तो यज्ञ करन दे नाल प्रकृति प्रसन्न रहिंदी सी, प्रकृति शुद्ध रहिंदी सी, पर्यावरण शुद्ध रहिंदा सी। और वो पर्यावरण शुद्ध रहेगा तो फिर बरसात अच्छी होएगी, अच्छी बरसात होएगी तो वातावरण अच्छा रहेगा, अन्न ज़्यादा उपजेगा, अन्न ज़्यादा उपजेगा तो फिर धन साढ़े को आएगा, धन रहेगा तो समृद्धि रहेगी, शिक्षा रहेगी, नए नए आविष्कार होंगे। तो जिहड़ा यज्ञ सी वो एक प्रकार का साड़ी समृद्धि का एक प्रतीक सी, साड़ी शिक्षा का प्रतीक सी, साढ़े ज्ञान का प्रतीक सी। और जिस वेले यज्ञ होया करता सी उस वेले, तो उस वेले कहते हैं कि भी एडे बड़े बड़े बांस के उत्ते झंडे लगा करके, भगवे रंग का ध्वज लगा करके ध्वज लगाए जाते थे, जिसनों कल्पना करते थे इसनों हिला करके बारिश की जा सकती सी। यानी इतना सम्मान जिहड़ा है, जिस वेले धर्म का युग सी, सत्य का युग सी, उस वेले भी भगवा ध्वज में प्राप्त सी। उस तो बाद त्रेता युग आ जाता है, तो असीं देखते हैं कि थोड़ा जा समाज का पतन होता है। तो इसे धरती के उत्ते भगवान राम और रावण इन दोनों का भी अवतरण हो जाता है। यानी अच्छाई का और बुराई दोहें धरती पर आ जाते हैं, दोहें मनुष्य रूप से जाते हैं, दोहां को शक्ति है। इस करके गुरु के रूप दे विच देश किसनों फॉलो करे, देश किसका अनुसरण करे, ये एक समस्या जिहड़ी है वो समाज के सामने खड़ी होती है। कुछ लोग रावण को फॉलो करते हैं, कुछ लोग राम को फॉलो करते हैं। तो आदर्श व्यक्ति कौन है जिसनों सारा देश जिसका अनुसरण करे, जिसकी कहानियाँ, जिसका जीवन लोगों को प्रेरणा देवे। तो असी देखते हैं कि भगवान वाल्मीकि जी ने राम कथा रामायण की रचना की और उसके विच राम जी का एक ऐसा चरित्र
ਸਾਡੇ ਸਾਹਮਣੇ ਰੱਖਿਆ ਕਿ ਜਿਸਨੂੰ ਉਹ ਜੋ ਵੀ ਕੰਮ ਕਰਦਾ ਹੈ, ਚਾਹੇ ਆਪਣੇ ਜੀਵਨ ਦੇ ਵਿੱਚ ਕਰਦਾ ਹੈ, ਚਾਹੇ ਆਪਣੇ ਪਰਿਵਾਰ ਲਈ ਕਰਦਾ ਹੈ, ਚਾਹੇ ਉਹ ਆਪਣੇ ਰਾਜ ਲਈ ਕਰਦਾ ਹੈ, ਲੇਕਿਨ ਉਸ ਦੇ ਵਿੱਚ ਜਿਹੜੀ ਪ੍ਰਮੁੱਖਤਾ ਹੈ ਉਹ ਉਸ ਦਾ ਦੇਸ਼ ਹੈ। ਉਸ ਦੇ ਕਿਸੇ ਨਿਰਣੇ ਦੇ ਵਿੱਚ ਦੇਸ਼ ਨੂੰ ਨੁਕਸਾਨ ਨਹੀਂ ਹੈ। ਅਰਥਾਤ ਰਾਮ ਦਾ ਨਿਰਣੇ ਇੱਕ ਦੇਸ਼ ਦੇ ਹਿੱਤ ਦੇ ਵਿੱਚ ਹੈ, ਦੇਸ਼ ਨੂੰ ਅੱਗੇ ਵਧਾਉਣ ਵਾਲਾ ਹੈ, ਦੇਸ਼ ਨੂੰ ਦਿਸ਼ਾ ਦੇਣ ਵਾਲਾ ਹੈ, ਜਿਸ ਨੂੰ ਕਹਿ ਸਕਦੇ ਹਾਂ ਇੱਕ ਦੇਸ਼ ਭਗਤੀ ਵਾਲਾ ਨਿਰਣਾ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਘਰ ਦੇ ਵਿੱਚ ਰਹਿੰਦੇ ਹਾਂ, ਤਾਂ ਸਾਡਾ ਨਿੱਜੀ ਜੀਵਨ ਹੈ, ਪ੍ਰਾਈਵੇਟ ਜੀਵਨ ਹੈ, ਅਸੀਂ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਜੀ ਸਕਦੇ ਹਾਂ, ਇਸ ਦਾ ਦੇਸ਼ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਐਸਾ ਨਹੀਂ ਹੈ। ਇਹ ਸੋਚ ਜਿਹੜੀ ਹੈ ਰਾਵਣ ਦੀ ਸੋਚ ਹੈ। ਇਹ ਵਿਚਾਰ ਰਾਵਣ ਦਾ ਵਿਚਾਰ ਹੈ ਕਿ ਮੇਰੀ ਮਰਜ਼ੀ ਜੋ ਮੈਂ ਕਰਾਂਗਾ, ਆਪਣੇ ਸੁੱਖ ਲਈ ਮੈਂ ਕਿਸੇ ਨੂੰ ਵੀ ਤੰਗ ਕਰ ਸਕਦਾ ਹਾਂ, ਕਸ਼ਟ ਦੇ ਸਕਦਾ ਹਾਂ। ਇਹ ਸੋਚ ਪਹਿਲਾਂ ਵੀ ਰਹੀ ਹੈ, ਅੱਜ ਵੀ ਇਹ ਸੋਚ ਹੈ। ਤੇ ਰਾਵਣ ਦੀ ਸੋਚ ਅਧਰਮ ਦੀ ਸੋਚ ਹੈ, ਅਸत्य ਦੀ ਸੋਚ ਹੈ। ਉਸ ਸੋਚ ਦੇ ਅਨੁਸਾਰ ਦੇਸ਼ ਨਹੀਂ ਚੱਲਣਾ ਚਾਹੀਦਾ ਹੈ। ਤਾਂ ਰਾਮ ਦੇ ਮੁਤਾਬਿਕ ਜੀਵਨ ਚਲੇ, ਰਾਮ ਦੇ ਮੁਤਾਬਿਕ ਦੇਸ਼ ਚਲੇ। ਇਸ ਕਰਕੇ ਰਾਮ ਦਾ ਜੀਵਨ ਭਗਵਾਨ ਵਾਲਮੀਕੀ ਜੀ ਨੇ ਸਾਡੇ ਸਾਹਮਣੇ ਰੱਖਿਆ। ਔਰ ਜੋ ਵੀ ਉਹਨਾਂ ਨੇ ਜੀਵਨ 'ਚ ਸੰਘਰਸ਼ ਕੀਤਾ, ਰਾਮ ਰਾਵਣ ਦੀ ਲੜਾਈ ਹੁੰਦੀ ਹੈ, ਪਰ ਉਸ ਦੇ ਵਿੱਚ ਜਿਹੜਾ ਉਹਨਾਂ ਦਾ ਰਥ ਹੈ, ਉਸ ਦੇ ਉੱਤੇ ਵੀ ਇਹ ਭਗਵੇ ਰੰਗ ਦਾ ਧਵਜ ਜਿਹੜਾ ਹੈ ਉਹ ਲੱਗਿਆ ਹੋਇਆ, ਔਰ ਉਹ ਉਹਨਾਂ ਨੂੰ ਪ੍ਰੇਰਣਾ ਦਿੰਦਾ ਹੈ ਔਰ ਬਾਕੀ ਵਧਾਉਂਦਾ ਹੈ। ਤਾਂ ਭਗਵਾ ਧਵਜ ਜਿਹੜਾ ਹੈ ਉਸ ਨੂੰ ਫਾਲੋ ਕਰਨ ਵਾਲੇ, ਉਸ ਨੂੰ ਅੱਗੇ ਰੱਖ ਕੇ ਦੇਸ਼ ਔਰ ਸਮਾਜ ਦੀ ਰੱਖਿਆ ਕਰਨ ਵਾਲੇ ਲੋਕ ਜਿਹੜੇ ਨੇ, ਐਸੇ ਰਾਮ ਜੀ ਦਾ ਜੀਵਨ ਸਾਡੇ ਸਾਹਮਣੇ ਆਉਂਦਾ ਹੈ। ਤੀਸਰਾ ਦੁਆਪਰ ਯੁੱਗ ਆ ਜਾਂਦਾ ਹੈ। ਦੁਆਪਰ ਦੇ ਵਿੱਚ ਇਹ ਇੱਕੋ ਪਰਿਵਾਰ ਦੇ ਵਿੱਚ ਧਰਮ ਔਰ ਅਧਰਮ ਆ ਜਾਂਦੇ ਨੇ, ਸੱਚ ਔਰ ਅਸੱਤਿ ਆ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਕੌਰਵ ਵੰਸ਼ ਦੇ ਵਿੱਚ ਦੁਰਯੋਧਨ ਔਰ ਪਾਂਡੂ ਭਰਾ ਨੇ ਦੋਵੇਂ। ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਹਰ ਦੁਰਯੋਧਨ ਕਹਿੰਦਾ ਮੈਂ ਸੱਤਿ ਹਾਂ, ਮੇਰਾ ਅਧਿਕਾਰ ਹੈ। ਧ੍ਰਿਤਰਾਸ਼ਟਰ ਕਹਿੰਦਾ ਮੇਰਾ ਅਧਿਕਾਰ ਹੈ। ਪਾਂਡਵ ਕਹਿੰਦੇ ਨੇ ਸਾਡਾ ਅਧਿਕਾਰ ਹੈ। ਔਰ ਇਹ ਜਿਹੜੇ ਅਧਿਕਾਰਾਂ ਦੀ ਲੜਾਈ ਹੈ, ਜਿੱਥੇ ਕਰਤੱਵ ਭਾਵ ਖਤਮ ਹੋ ਗਿਆ ਹੈ, ਸਿਰਫ ਅਧਿਕਾਰਾਂ ਦੀ ਗੱਲ ਜੇ ਆਪਣੇ ਪਰਿਵਾਰ ਦੇ ਵਿੱਚ ਹੋਏਗੀ ਤਾਂ ਮਹਾਭਾਰਤ ਹੋਏਗਾ। ਔਰ ਐਸੇ ਹੀ ਮਹਾਭਾਰਤ, ਚਾਹੇ ਉਹ ਪਰਿਵਾਰ ਦੀ ਲੜਾਈ ਹੈ, ਚਾਹੇ ਉਹ ਇੱਕ ਘਰ ਦੀ ਲੜਾਈ ਹੈ, ਲੇਕਿਨ ਉਸ ਦਾ ਅਸਰ ਪੂਰੇ ਦੇਸ਼ ਦੇ ਵਿੱਚ, ਪੂਰੇ ਸਮਾਜ ਦੇ ਵਿੱਚ, ਪੂਰੀ ਸ੍ਰਿਸ਼ਟੀ ਦੇ ਵਿੱਚ। ਐਸੇ ਜਦੋਂ ਅਧਿਕਾਰਾਂ ਦੀ ਲੜਾਈ ਚੱਲ ਰਹੀ ਹੈ, ਭਰਾ ਨੂੰ ਮਾਰਨ ਨੂੰ ਤਿਆਰ ਹੈ, ਬੜੇ ਬਜ਼ੁਰਗਾਂ ਨਾਲ ਲੜਾਈ ਕਰਨ ਨੂੰ ਤਿਆਰ ਹੈ, ਸਿਰਫ ਧਨ ਦੇ ਲਈ, ਸੱਤਾ ਦੇ ਲਈ। ਐਸੇ ਸਮੇਂ ਦੇ ਵਿੱਚ ਦੇਸ਼ ਕਿਸ ਦਾ ਪਾਲਨ ਕਰੇ? ਰਾਮ ਰਾਵਣ ਦੇ ਯੁੱਗ ਦੇ ਇਸ ਦਾ ਦੂਰ ਰਾਵਣ ਲੰਕਾ 'ਚ ਰਹਿੰਦਾ ਸੀ, ਦੂਰ ਸੀਗਾ, ਲੋਕਾਂ ਨੂੰ ਨਜ਼ਰ ਆਉਂਦਾ ਸੀ। ਲੇਕਿਨ ਇੱਥੇ ਤਾਂ ਇੱਕੋ ਪਰਿਵਾਰ ਦੇ ਵਿੱਚ ਹੈ, ਤੇ ਦਾਦੇ ਨੂੰ ਪੋਤੇ ਨਾਲ ਖੜਨਾ ਹੈ ਕਿ ਪੋਤੇ ਨਾਲ ਲੜਨਾ ਹੈ, ਗੁਰੂ ਨੂੰ ਕਿਹਦੇ ਨਾਲ, ਸਿੱਸ਼ ਨਾਲ ਲੜਨਾ ਹੈ ਕਿ ਸਿੱਸ਼ ਨਾਲ ਖੜੇ ਹੋਣਾ ਹੈ। ਐਸਾ ਇੱਕ ਦ੍ਰਿਸ਼ ਸਾਡੇ ਸਾਹਮਣੇ ਖੜਾ ਹੁੰਦਾ ਹੈ। ਉਸੇ ਸਮੇਂ ਭਗਵਾਨ ਕ੍ਰਿਸ਼ਨ ਦਾ ਅਵਤਰਨ ਹੁੰਦਾ ਹੈ, ਔਰ ਅਧਿਕਾਰਾਂ ਦੀ ਲੜਾਈ ਦੇ ਕਾਰਨ ਜਿਹੜਾ ਸੰਘਰਸ਼ ਹੋਣ ਵਾਲਾ ਸੀ, ਉਸ ਦੇ ਵਿੱਚ ਕਰਤੱਵ ਦੀ ਭਾਵਨਾ, ਕਰਤੱਵ ਅਰਥਾਤ ਧਰਮ ਦੀ ਭਾਵਨਾ, ਧਰਮ ਦੀ ਰਾਖੀ ਦੀ, ਕਰਤੱਵ ਪਾਲਣ ਦੀ ਗੱਲ ਕਰਨ ਲਈ ਕ੍ਰਿਸ਼ਨ ਜੀ ਆਏ, ਜਿਨ੍ਹਾਂ ਨੇ ਰਾਜ ਨਹੀਂ ਕਰਨਾ ਸੀ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਕੋਈ ਚਰਚਾ ਨਹੀਂ ਕੀਤੀ, ਸਿਰਫ ਧਰਮ ਦੀ ਰੱਖਿਆ ਲਈ, ਕਰਤੱਵ ਪਾਲਣ ਲਈ ਉਹਨਾਂ ਦਾ ਅਵਤਰਨ ਹੁੰਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਸ਼ਪਥ ਲਈ ਸੀ ਕਿ ਮੈਂ ਰਾਜਾ ਨਹੀਂ ਬਣਾਂਗਾ, ਮੈਂ ਰਾਜ ਨਹੀਂ ਕਰਾਂਗਾ, ਮੈਂ ਸ਼ਸਤਰ ਨਹੀਂ ਉਠਾਵਾਂਗਾ, ਲੇਕਿਨ ਧਰਮ ਦੀ ਰਾਖੀ ਲਈ ਮੈਂ ਕੰਮ ਕਰਾਂਗਾ। ਅਰਥਾਤ ਪੂਰੇ ਸਮਾਜ ਨੂੰ ਕਿਸ ਤਰ੍ਹਾਂ ਧਰਮ ਦੀ ਰਾਖੀ ਲਈ ਸੰਘਰਸ਼ ਕਰਨਾ ਪੈਂਦਾ ਹੈ, ਉਹਦੇ ਨਾਲ ਖੜਾ ਹੋਣਾ ਪੈਂਦਾ ਹੈ, ਯੁੱਧ ਨੂੰ ਟਾਲਣ ਲਈ ਕਿਤਨੇ ਸਾਰੇ ਪ੍ਰਯਾਸ ਕਰਨੇ ਪੈਂਦੇ ਹੈ, ਅਸੀਂ ਸਾਰੇ ਕ੍ਰਿਸ਼ਨ ਦੇ ਜੀਵਨ ਜੀ ਤੋਂ ਪਰਿਚਿਤ ਹਾਂ। ਔਰ ਐਸੇ ਮਹਾਭਾਰਤ ਦੇ ਵਿੱਚ ਜਦੋਂ ਸਵਯੰ ਕ੍ਰਿਸ਼ਨ ਭਗਵਾਨ ਅੱਗੇ ਖੜੇ ਨੇ, ਸਾਰਥੀ ਬਣ ਕੇ ਖੜੇ ਨੇ, ਤਾਂ ਉਹਨਾਂ ਦੇ ਰਥ ਦੇ ਉੱਤੇ ਵੀ ਇਹ ਭਗਵਾ ਧਵਜ, ਭਗਵਾ ਝੰਡਾ ਜਿਹੜਾ ਹੈ, ਇਹ ਸੁਸ਼ੋਭਿਤ ਹੋ ਕਰਕੇ ਇਸ ਧਰਮ ਯੁੱਧ ਦਾ ਦਿਸ਼ਾ ਤੈਅ ਕਰਦਾ ਹੈ ਕਿ ਅਸੀਂ ਖੜੇ ਕਿਹਦੇ ਨਾਲ, ਭਗਵੇ ਧਵਜ ਦੇ ਨਾਲ ਖੜੇ ਹਾਂ ਜਾਂ ਇਸ ਦੇ ਵਿਪਰੀਤ ਖੜੇ ਹਾਂ। ਜੇ ਅਸੀਂ ਭਗਵੇ ਧਵਜ ਦੇ ਨਾਲ ਨਹੀਂ ਖੜੇ ਹੋਵਾਂਗੇ, ਅਰਥਾਤ ਭਗਵਾਨ ਦੇ ਨਾਲ ਨਹੀਂ ਖੜੇ ਹੋਵਾਂਗੇ, ਤਾਂ ਨਿਸ਼ਚਿਤ ਹੀ ਅਸੀਂ ਦੂਸਰੇ ਪਾਸੇ ਖੜੇ ਹਾਂ, ਯਾਨੀ ਆਪਣੇ ਦੇਸ਼ ਦੇ ਵਿਰੋਧ ਦੇ ਵਿੱਚ ਖੜੇ ਹਾਂ, ਆਪਣੇ ਸਮਾਜ ਦੇ ਵਿਰੋਧ 'ਚ ਖੜੇ ਹਾਂ, ਆਪਣੇ ਧਰਮ ਦੇ ਵਿਰੋਧ 'ਚ ਖੜੇ ਹਾਂ।
ਇਸ ਕਰਕੇ ਉਸ ਯੁੱਗ ਦੇ ਵਿੱਚ ਵੀ ਸਾਨੂੰ ਧਰਮ ਦੇ ਲਈ ਭਗਵਾਨ ਖੜੇ ਨਜ਼ਰ ਆਏ। ਭਗਵਾ ਧਵਜ ਉਸ ਵੇਲੇ ਵੀ ਸੀ। ਕਲਯੁਗ ਇਸ ਵੇਲੇ ਚੱਲ ਰਿਹਾ। ਕਲਯੁਗ ਦੇ ਵਿੱਚ ਅਸੀਂ ਸਾਰੇ ਦੇਖਦੇ ਹਾਂ, ਪਿਛਲੇ 5000 ਸਾਲ ਦਾ ਇਤਿਹਾਸ ਉਠਾ ਕੇ ਦੇਖੀਏ ਤਾਂ ਇਸ ਦੇਸ਼ ਦੇ ਵਿੱਚ ਭਗਵੇ ਨੂੰ ਸਮਾਪਤ ਕਰਨ ਲਈ, ਭਗਵਾ ਅਰਥਾਤ ਇਸ ਦੇਸ਼ ਨੂੰ ਸਮਾਪਤ ਕਰਨ ਲਈ ਜਿੱਥੇ ਜਿੱਥੇ ਵੀ ਭਗਵਾ ਸੀ, ਚਾਹੇ ਉਹ ਸਾਡੇ ਮੰਦਰ ਸੀ, ਚਾਹੇ ਉਹ ਸਾਡੇ ਪੁਸਤਕਾਲੇ ਸੀ, ਚਾਹੇ ਉਹ ਸਾਡਾ ਦੇਸ਼ ਹੈ, ਸਾਡਾ ਪਰਿਵਾਰ ਹੈ, ਇਸ ਸਾਰੀ ਚੀਜ਼ ਨੂੰ ਸਮਾਪਤ ਕਰਨ ਦੇ ਲਈ ਇੱਕ ਸੰਘਰਸ਼ ਹੋਇਆ। ਉਸ ਸੰਘਰਸ਼ ਦੇ ਵਿੱਚ ਸਿਰਫ ਇਹੀ ਸੀ, ਤਲਵਾਰ ਦੀ ਨੋਕ ਤੇ ਧਰਮ ਬਦਲਣ ਦੀ ਗੱਲ ਆਈ, ਤਲਵਾਰ ਦੀ ਨੋਕ ਤੇ ਇਸ ਦੇਸ਼ ਨੂੰ ਸਮਾਪਤ ਕਰਨ ਦੀ ਗੱਲ ਆਈ। ਇਹ ਭਗਵਾ ਨਹੀਂ ਚਲੇਗਾ ਇੱਥੇ। ਔਰ ਇਸ ਭਗਵੇ ਦੀ ਰਾਖੀ ਲਈ ਜਿਸ ਵੇਲੇ ਇਸ ਨੂੰ ਸਮਾਪਤ ਕਰਨ ਦੀ ਗੱਲ ਹੋ ਰਹੀ ਸੀ, ਇਸ ਦੇਸ਼ ਦੇ ਵਿੱਚ ਅਸੀਂ 5000 ਸਾਲ ਦਾ ਇੱਕ ਲੰਬਾ ਸੰਘਰਸ਼ ਜਿਹੜਾ ਹੈ ਦੇਖਿਆ ਹੈ, ਜਿਸ ਦੇ ਵਿੱਚ ਜਿੱਤ ਭਗਵੇ ਦੀ ਹੋਈ ਹੈ। ਉਸ ਵੇਲੇ ਵੀ ਸਾਰਾ ਸਮਾਜ ਭਗਵੇ ਦੇ ਪਿੱਛੇ ਨਹੀਂ ਸੀ, ਲੇਕਿਨ ਅੱਜ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਂ ਹੀ ਦਰਜ ਹੈ ਜਿਹੜੇ ਕਿ ਭਗਵੇ ਦੇ ਪਿੱਛੇ ਖੜੇ ਸੀ। ਚਾਹੇ ਉਹ ਚਾਣक्य हैं। ਇੱਕ ਸਾਮਾन्य ਵਿਅਕਤੀ, ਇੱਕ ਸਾਮਾन्य ਸਿੱਖਿਅਕ ਦੀ ਤਾਕਤ ਕਿਆ ਹੁੰਦੀ ਹੈ। ਇੱਕ ਸਾਮਾन्य ਪਰਿਵਾਰ ਦੇ ਵਿੱਚ ਜਨਮੇ ਹੋਏ, ਸ਼ਾਇਦ ਚੰਦਰਗੁਪਤ ਦੇ ਪਿਤਾ ਦਾ ਨਾਮ ਕਿਸੇ ਨੂੰ ਨਹੀਂ ਪਤਾ ਹੋਏਗਾ, ਲੇਕਿਨ ਜਦ ਉਸਨੂੰ ਇੱਕ ਚਾਣक्य ਜੈਸਾ ਗੁਰੂ ਮਿਲਦਾ ਹੈ ਤਾਂ ਕਿਸ ਤਰ੍ਹਾਂ ਚਾਣक्य और चंद्रगुप्त मिलके इतने बड़े देश की सत्ता दे विच भगवे नूं स्थापित करते हैं, इस देश दे विच धर्म की राखी करते हैं। जगत गुरु शंकराचार्य की गल आती है, एक केरल तो 6 साल का 7 साल का विद्यार्थी सामान्य बालक दे मन दी जिस वेले आंदा है कि भी देश दे विच धर्म की हानि हो रही है, भगवे नूं समाप्त किया जा रहा, सनातन धर्म नूं समाप्त किया जा रहा, तो वो एक केरल तो उठता है तो पूरे देश भर दे विच दोबारा भगवे की जय जयकार करते हैं। सारे देश दे विच एक वैचारिक महत्ता, वैचारिक ज्ञानता दिंदा ही दिंदा है, लेकिन भौगोलिक रूप के नाल भी देश के चारे कोनिया दे विच 4 धाम की स्थापना करता है कि असी सिर्फ वैचारिक रूप नाल एक ना हाँ, भौगोलिक रूप के नाल भी असी एक हाँ। इस करके देश के चारे कोनिया के 4 धाम की स्थापना करते हैं, जिसकी अज एक लंबी परंपरा पिछले 2000 साल तो 25 साल तो चली आ रही है। वो चाणक्य हैं, शंकराचार्य हैं, अगे आने वाले समय में देखते हैं भी दयानंद सरस्वती हैं, तुलसीदास जी हैं, रहीम हैं, कबीर दास जी हैं, जितने भी पंजाब के असी गुरु परंपरा देखिए, ये गुरु परंपरा की है। गुरु परंपरा नूं क्यों बलिदान देने पे, तो ये देश की गल सी। सारे देश के सामने अज आप कल्पना कर सकते हैं कि जे पंजाब दे विच अज तो 500 साल पहला गुरु परंपरा ना शुरू हुई हुंदी तो साडे देश का भविख की सी। वो गुरु परंपरा किहदे विरोध च सी? गुरु परंपरा किसी के विरोध च नहीं सी, वो सत्य के पक्ष दे विच सी, धर्म के पक्ष च सी। परमात्मा की इच्छा की है, उस इच्छा की पूर्ति के लिए वो काम कर रहे थे। इस करके गुरु नानक जी तो लैके गुरु गोबिंद सिंह महाराज जी तक ने जिहड़े शब्द कहे, जिहड़े विचार रखे, वो पूरे देश ने उसनों स्वीकार किया। इस करके गुरु तेग बहादुर जी नूं हिंदी चादर कहा जाता है। गुरु नानक देव जी सारे दुनिया दे विच घुमे, सारे देश के गुरुआं दी, संतां दी, कवियां दी बाणी इकट्ठी की और उसनों सारिਆਂ ਨੂੰ श्री गुरु ग्रंथ साहब का रूप दे के अज वो साढ़े सामने रख के ने लेटेस्ट भारत कैसा होना चाहिए सी। इस करके स्वामी विवेकानंद जी जदों विदेश विच गए तो उन्होंने श्री गुरु ग्रंथ साहब को 5वां वेद कहा कि भी तुसी सारे ग्रंथ नहीं पढ़ सकते देश के, तुसी श्री गुरु ग्रंथ साहब पढ़ोगे तो तुहानूं इस दे विच पूरे देश की संतां की आत्मा नज़र आएगी, ज्ञान नज़र आएगा। ये गुरु परंपरा की है। इस गुरु परंपरा के कारण ही अज सारी दुनिया दे विच असी धर्म की गल करते हैं, देश की गल करते हैं। तो ये जिहड़ी भगवा ध्वज है अज भी असी देखते हैं कि जिहड़ा इस देश समाज दे विच भगवे दा
ਦੇ ਬਾਰੇ ਵੀ ਇੱਕ ਸੰਘਰਸ਼ ਜਿਹੜਾ ਹੈ ਉਹ ਅੱਜ ਵੀ ਜਾਰੀ ਹੈ। ਇਸ ਕਰਕੇ ਇਹ ਜਿਹੜੇ ਦੋ ਵਿਚਾਰ ਸੀ, ਇੱਕ ਭਗਵੇ ਦੇ ਪਕਸ਼ ਦੇ ਵਿੱਚ ਔਰ ਇੱਕ ਭਗਵੇ ਦੇ ਖਿਲਾਫ, ਉਹ ਅੱਜ ਸੰਘਰਸ਼ ਜਾਰੀ ਹੈ। ਉਹਨੂੰ ਲੱਗਦਾ ਹੈ ਕਿ ਅਸੀਂ ਇਸ ਪ੍ਰਤੀਕ ਨੂੰ ਖਤਮ ਕਰ ਦਾਂਗੇ, ਭਗਵੇ ਨੂੰ ਖਤਮ ਕਰ ਦਾਂਗੇ ਤੇ ਭਾਰਤ ਜਿਹੜਾ ਹੈ ਸਮਾਪਤ ਹੋ ਜਾਏਗਾ। ਦੋਸਤੋ, ਸੰਤਯੋਗ ਬੰਧੂਓ, ਬਾਰ-ਬਾਰ ਸਾਡੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਹੋਏਗਾ ਕਿ ਆਖਿਰ ਇਸ ਭਗਵੇ ਦਾ ਵਿਰੋਧ ਇਤਨਾ ਕਿਉਂ ਹੈ ਔਰ ਇਸ ਦੀ ਤਾਕਤ ਇਤਨੀ ਕਿਉਂ ਹੈ, ਜਿਹੜਾ ਲੱਖਾਂ ਸਾਲਾਂ ਤੋਂ ਇਹ ਸਾਨੂੰ ਪ੍ਰੇਰਣਾ ਦੇ ਰਿਹਾ। ਤਾਂ ਤਿੰਨ ਚਾਰ ਗੱਲਾਂ ਤੇ ਵਿਚਾਰ ਕਰੀਏ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਭਗਵੇ ਦਾ ਅਰਥ ਹੈ ਭਗਵਾਨ ਦਾ ਦਿੱਤਾ ਹੋਇਆ। ਤਾਂ ਭਗਵਾਨ ਦਾ ਦਿੱਤਾ ਕੀ ਹੈ? ਤਾਂ ਭਗਵਾਨ ਜਿਹੜਾ ਹੈ ਉਹ ਸਾਨੂੰ ਜੀਵਨ ਦਿੰਦਾ ਹੈ। ਤਾਂ ਜਿਹੜਾ ਭਗਵਾ ਰੰਗ ਹੈ ਉਹ ਸਾਨੂੰ ਜੀਵਨ ਦਿੰਦਾ ਹੈ, ਯਾਨੀ ਜੀਵਨ ਦਾ ਪ੍ਰਤੀਕ ਹੈ। ਤਾਂ ਜੀਵਨ ਕੌਣ ਦਿੰਦਾ ਹੈ? ਤਾਂ ਸੂਰਜ ਦਿੰਦਾ ਹੈ। ਸੂਰਜ ਜਿਹੜਾ ਹੈ ਉਹ ਜੀਵਨ ਦਾ ਪ੍ਰਤੀਕ ਹੈ ਕਿ ਜੇ ਸੂਰਜ ਥੋੜੀ ਦੇਰ ਨਾ ਨਿਕਲੇ ਤਾਂ ਇਤਨੀ ਠੰਡਕ ਹੋ ਜਾएगी ਸਾਰੀ ਦੁਨੀਆ ਦੇ ਵਿੱਚ, ਇਤਨੀ ਬਰਫ਼ ਪੈ ਜਾएगी, ਸਾਰੀ ਸ੍ਰਿਸ਼ਟੀ ਖਤਮ ਹੋ ਜਾएगी। ਅਰਥਾਤ ਸੂਰਜ ਸਾਨੂੰ ਜੀਵਨ ਦੇਣ ਵਾਲਾ ਹੈ। ਔਰ ਜਿਸ ਵੇਲੇ ਸੂਰਜ ਨਿਕਲਦਾ ਹੈ ਤਾਂ ਉਸ ਦਾ ਰੰਗ ਜਿਹੜਾ ਹੈ ਉਹ ਭਗਵਾ ਹੈ। ਇੱਕ ਦੂਸਰੀ ਚੀਜ਼ ਵੀ ਹੈ ਕਿ ਰੋਜ਼ ਸਵੇਰੇ ਸੂਰਜ ਨਿਕਲਦਾ ਹੈ ਔਰ ਇੱਕ ਬਾਰੀ ਦੁਪਹਿਰੇ ਪੂਰੀ ਆਪਣੀ ਚਰਮ ਸੀਮਾ ਤੇ ਪਹੁੰਚਦਾ ਹੈ ਔਰ ਅੰਤ ਦੇ ਵਿੱਚ ਸ਼ਾਮ ਨੂੰ ਉਹ ਢਲ ਜਾਂਦਾ ਹੈ। ਲੇਕਿਨ ਉਗਦੇ ਹੋਏ ਸੂਰਜ ਦਾ ਤੇ ਡੁੱਬਦੇ ਹੋਏ ਸੂਰਜ ਦਾ ਰੰਗ ਇੱਕ ਹੈ। ਅਰਥਾਤ ਸਾਡਾ ਜੀਵਨ ਵੀ ਇੱਕ ਤਰ੍ਹਾਂ ਦਾ ਰੋਜ਼ ਸਾਡੇ ਜੀਵਨ ਨੂੰ ਪ੍ਰੇਰਣਾ ਦਿੰਦਾ ਹੈ ਕਿ ਸਾਡਾ ਜੀਵਨ ਦੀ ਸ਼ੁਰੂਆਤ ਵੀ ਹੋਣੀ ਹੈ ਔਰ ਸਾਡੇ ਜੀਵਨ ਦਾ ਅੰਤ ਵੀ ਹੋਣਾ ਹੈ। ਤਾਂ ਜਿਸ ਤਰ੍ਹਾਂ ਸਾਡੇ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਉਸੇ ਤਰ੍ਹਾਂ ਸਾਡਾ ਅੰਤ ਵੀ ਹੋਣਾ ਚਾਹੀਦਾ ਹੈ। ਇੱਕ ਜੀਵਨ ਦਾ ਪ੍ਰਤੀਕ ਇਹ ਸੂਰਜ ਰੋਜ਼ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ, ਜੀਵਨ ਦਿੰਦਾ ਹੈ। ਜਦੋਂ ਅਸੀਂ ਭਗਵੇ ਦੀ ਪੂਜਾ ਕਰਦੇ ਹਾਂ, ਸੂਰਜ ਨੂੰ ਪ੍ਰਣਾਮ ਕਰਦੇ ਹਾਂ, ਤਾਂ ਸ੍ਰਿਸ਼ਟੀ ਦੇ ਪਰਮਾਤਮਾ ਦੇ ਇਸ ਨਿਯਮ ਦਾ ਵੀ ਅਸੀਂ ਪਾਲਨ ਕਰਦੇ ਹਾਂ। ਭਗਵਾ ਜਿਹੜਾ ਹੈ ਉਹ ਤਿਆਗ ਦਾ ਪ੍ਰਤੀਕ ਹੈ। ਆਪਣੇ ਦੇਸ਼ ਦੇ ਵਿੱਚ ਰਾਜਾ ਮਹਾਰਾਜਾ ਸੰਤ ਪੜ੍ਹੇ ਲਿਖੇ ਲੋਕ ਅੱਜ ਕਰੋੜਾਂ ਦੀ ਸੰਖਿਆ ਦੇ ਵਿੱਚ ਐਸੇ ਮਿਲਣਗੇ ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਸਮਾਜ ਲਈ ਬਲਿਦਾਨ ਕਰ ਦਿੱਤਾ। ਵਿਸ਼ਵਾਮਿਤਰ ਜੈਸਾ ਰਾਜਾ ਜਿਹੜਾ ਸਾਰੀ ਰਾਜ ਕਰਦਾ ਹੈ, ਸਾਰੀ ਸੁੱਖ ਸੁਵਿਧਾ ਨੂੰ ਭੋਗਦਾ, ਇੱਕ ਦਿਨ ਉਸਦੇ ਮਨ ਦੇ ਵਿੱਚ ਆਉਂਦਾ ਹੈ ਕਿ ਨਹੀਂ, ਇਹ ਸਾਰਾ ਤਿਆਗ ਦੇਣਾ ਹੈ, ਇਹ ਰਾਜਪਾਟ ਤਿਆਗ ਕਰਕੇ ਜੰਗਲਾਂ 'ਚ ਜਾ ਕੇ ਪਰਮਾਤਮਾ ਦਾ ਧਿਆਨ ਕਰਨਾ ਹੈ। ਉਹ ਕਿਸੇ ਨੂੰ ਸੂਚਨਾ ਨਹੀਂ ਦਿੰਦਾ, ਕੋਈ ਵਸੀਅਤ ਨਹੀਂ ਲਿਖਦਾ, ਕੋਈ ਅਨਾਉਂਸਮੈਂਟ ਨਹੀਂ ਕਰਦਾ, ਸਿਰਫ ਉਹ ਭਗਵਾ ਵਸਤਰ ਪਾ ਕੇ ਆਪਣੇ ਮਹਿਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ। ਲੋਕਾਂ ਨੂੰ ਆਪਣੇ ਆਪ ਪਤਾ ਚੱਲ ਜਾਂਦਾ ਹੈ ਕਿ ਇਸਨੇ ਸੰਸਾਰ ਤਿਆਗ ਦਿੱਤਾ ਹੈ। ਅੱਜ ਕਿਸੇ ਵੀ ਸੰਨਿਆਸੀ ਨੂੰ ਅਸੀਂ ਦੇਖਦੇ ਹਾਂ ਤਾਂ ਉਸ ਦੇ ਪਰਿਚੈ ਦੀ ਜ਼ਰੂਰਤ ਨਹੀਂ ਹੈ, ਉਸ ਦੇ ਵਸਤਰ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਆਪਣੇ ਆਪ ਵਿਚਾਰ ਆ ਜਾਂਦਾ ਹੈ ਕਿ ਹੁਣ ਇਸਨੇ ਸੰਸਾਰ ਨੂੰ ਤਿਆਗ ਦਿੱਤਾ ਹੈ, ਹੁਣ ਇਸ ਦੀ ਮਿੱਤਰਤਾ, ਇਸ ਦਾ ਸਾਰਾ ਧਿਆਨ ਇਹ ਸਿਰਫ ਪਰਮਾਤਮਾ ਦੇ ਵੱਲ ਹੈ, ਇਸ ਦਾ ਜੀਵਨ ਹੁਣ ਪਰਮਾਤਮਾ ਦੀ ਸੇਵਾ ਦੇ ਵਿੱਚ ਹੈ। ਇਸ ਕਰਕੇ ਇਹ ਜਿਹੜਾ ਭਗਵਾ ਰੰਗ ਹੈ ਇਹ ਤਿਆਗ ਦਾ ਪ੍ਰਤੀਕ ਹੈ। ਅੱਜ ਸਾਡੇ ਘਰਾਂ ਦੇ ਵਿੱਚ ਕਿਸੇ ਬੜੇ ਸੇਠ ਦੀ ਫੋਟੋ ਨਹੀਂ ਮਿਲੇਗੀ, ਐਸੇ ਤਿਆਗੀ ਮਹਾਪੁਰਸ਼ਾਂ ਦੀ ਹੀ ਫੋਟੋ ਲੱਗਦੀ ਹੈ ਜਿਨ੍ਹਾਂ ਨੇ ਦੇਸ਼ ਸਮਾਜ ਦੇ ਹਿੱਤ ਦੇ ਵਿੱਚ ਅਰਥਾਤ ਧਰਮ ਦੀ ਰਾਖੀ ਲਈ, ਭਗਵਾਨ ਦੀ ਸੇਵਾ ਦੇ ਲਈ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਉਹ ਤਿਆਗ ਦਿੱਤਾ ਹੈ। स्वामी विवेकानंद, रामकृष्ण परमहंस, ऐसे सारे इतने बड़े बड़े उदाहरण हैं जिन्हों का ध्यान उन्हों वेश ही साढ़े ध्यान च आते ही उन्होंने प्रति श्रद्धा पैदा हो जाती है। भगवा जिहड़ा रंग है वो बलिदान का प्रतीक है। आप गीत बोलते हैं, भगत सिंह गीत बोलिया करता सी, मेरा रंग दे बसंती चोला, अर्थात देश के लिए बलिदान होना है। तो ये भाव है कि मैं देश लिए बलिदान होना है तो भगवे केसरी बाना पहनना चाहिए। ये भाव प्रकट करना है कि मैं अपने देश लिए बलिदान होवां। तो जो साडे नौजवान, साडे सैनिक, साडे वीर योद्धा युद्ध लिए जाया करते सी तो केसरी बाना सजा के जाया करते सी, भगवे रंग का बाना पा के जाया करते सी कि ये बलिदान का प्रतीक है। जीवन च पवित्रता होनी चाहिए है, तो भगवा जिहड़ा है पवित्रता का प्रतीक है। अग्नि दे विच कोई भी चीज़ आप पा दें तो वो पवित्र हो जाती है। तो अग्नि का रंग भी जिहड़ा है वो भगवा है। इस प्रकार आप देखते हैं कि त्याग, बलिदान, पवित्रता, ये जीवन
ਜਿਹੜੀ ਭਾਰਤ ਦੀ ਸੋਚ ਹੈ, ਸਨਾਤਨ ਸੋਚ ਹੈ, ਉਸ ਸੋਚ ਨੂੰ ਪ੍ਰਗਟ ਕਰਨ ਵਾਲਾ ਇੱਕੋ ਇੱਕ ਕੋਈ ਪ੍ਰਤੀਕ ਹੈ ਤਾਂ ਉਹ ਭਗਵਾ ਧਵਜ ਹੈ। ਫਿਰ ਸਾਡੇ ਮਨ ਦੇ ਵਿੱਚ ਇੱਕ ਪ੍ਰਸ਼ਨ ਖੜਾ ਹੋਏਗਾ ਕਿ ਜੇ ਭਗਵਾ ਧਵਜ ਇਸ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਭਾਰਤ ਨੂੰ ਪ੍ਰਗਟ ਕਰਦਾ ਹੈ, ਭਾਰਤ ਦੀ ਸਨਾਤਨ ਪ੍ਰਕਿਰਤੀ ਨੂੰ, ਪ੍ਰਵਿਰਤੀ ਨੂੰ ਪ੍ਰਗਟ ਕਰਦਾ ਹੈ, ਤੇ ਆਪਣੇ ਦੇਸ਼ ਦਾ ਇਹ ਧਵਜ ਕਿਉਂ ਨਹੀਂ ਹੈ? ਆਪਣੇ ਦੇਸ਼ ਦਾ ਧਵਜ ਜਿਹੜਾ ਹੈ, ਝੰਡਾ, ਇਹ ਤਿਰੰਗਾ ਕਿਉਂ ਹੈ? ਇਹ ਇੱਕ ਅੱਛਾ ਪ੍ਰਸ਼ਨ ਹੈ। ਜਰਾ ਆਪਾਂ ਵਿਚਾਰ ਕਰੀਏ ਕਿ 1947 ਦੇ ਵਿੱਚ 14 ਅਗਸਤ 1947 ਦੇ ਵਿੱਚ ਆਪਣੇ ਦੇਸ਼ ਦਾ ਧਵਜ ਕਿਹੜਾ ਸੀ? ਤਾਂ ਸਾਡੇ ਮਨ 'ਚ ਅਸੀਂ ਕਹਾਂਗੇ ਵੀ ਯੂਨੀਅਨ ਜੈਕ। ਅਰੇ ਵੀ ਯੂਨੀਅਨ ਜੈਕ ਤਾਂ ਅੰਗਰੇਜ਼ਾਂ ਦਾ ਧਵਜ ਸੀ, ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾ ਕੇ ਉਹ ਲਾਇਆ ਸੀ। ਭਾਰਤ ਦਾ ਧਵਜ ਕਿਹੜਾ ਸੀ? ਤਾਂ ਉਸ ਵੇਲੇ ਵੀ ਜਿਹੜੇ ਮੰਦਿਰ, ਜਿਹੜੇ ਰਾਜਾ ਮਹਾਰਾਜਾ ਹੋਏ ਕਰਦੇ ਸੀ, ਉਹਨਾਂ ਦੇ ਮਕਾਨ ਦੇ ਉੱਤੇ, ਉਹਨਾਂ ਦੀ ਕੋਠੀ ਦੇ ਉੱਤੇ, ਉਹਨਾਂ ਦੇ ਕਿਲੇ ਦੇ ਉੱਤੇ ਕਿਹੜਾ ਧਵਜ ਸੀਗਾ? ਤੇ ਸਾਮਾਨ ਜਨ ਦਾ ਜਿਹੜਾ ਧਵਜ ਸੀ ਉਹ ਭਗਵਾ ਧਵਜ ਸੀ। 47 ਦੇ ਵਿੱਚ ਤਿਰੰਗਾ ਆਇਆ। ਤਾਂ ਤਿਰੰਗਾ ਕੈਸੇ ਆਇਆ? ਤਾਂ ਇਸ ਦੀ ਵੀ ਇੱਕ ਇਤਿਹਾਸਿਕ ਕਥਾ ਹੈ। ਥੋੜਾ ਜਿਹਾ ਪ੍ਰयास ਕਰਕੇ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ। ਤਾਂ 1929 ਦੇ ਵਿੱਚ ਕਾਂਗਰਸ ਨੇ ਘੋਸ਼ਣਾ ਕੀਤੀ ਕਿ ਅਸੀਂ ਆਪਣੇ ਦੇਸ਼ ਨੂੰ ਸੁਤੰਤਰ ਕਰਾਵਾਂਗੇ, ਸੁਤੰਤਰਤਾ ਲੈ ਕੇ ਰਹਾਂਗੇ। ਤਾਂ ਕਿਉਂਕਿ ਕਾਂਗਰਸ ਨੂੰ ਚਲਾਉਣ ਵਾਲੇ ਜਿਹੜੇ ਲੋਕ ਸੀਗੇ ਉਹ ਆਧੁਨਿਕ ਲੋਕ ਸੀ, ਆਧੁਨਿਕ ਸਿੱਖਿਆ ਦੇ ਪੜ੍ਹੇ ਲਿਖੇ ਲੋਕ ਸੀ। ਉਹਨਾਂ ਨੂੰ ਲੱਗਿਆ ਕਿ ਜੇ ਦੇਸ਼ ਆਜ਼ਾਦ ਹੋ ਜਾਏਗਾ, ਸਾਡੇ ਦੇਸ਼ ਦਾ ਝੰਡਾ ਕਿਹੜਾ ਹੋਏਗਾ, ਸਾਡੇ ਦੇਸ਼ ਦਾ ਸੰਵਿਧਾਨ ਕੈਸਾ ਹੋਏਗਾ, ਇਸ ਗੱਲ 'ਤੇ ਚਰਚਾ ਸ਼ੁਰੂ ਹੋਈ। ਇਸ ਕਰਕੇ 1929 ਦੇ ਵਿੱਚ ਇੱਕ ਕਮੇਟੀ ਬਣੀ ਜਿਸ ਨੂੰ ਝੰਡਾ ਕਮੇਟੀ ਕਿਹਾ ਜਾਂਦਾ ਹੈ, ਜਿਸ ਦੇ ਵਿੱਚ 7 ਲੋਕ ਸੀਗੇ। ਉਸ 'ਤੇ ਸਰਦਾਰ ਪਟੇਲ ਵੀ ਸੀ, ਪੰਡਿਤ ਜਵਾਹਰ ਲਾਲ ਨਹਿਰੂ ਵੀ ਸੀ, ਪੰਜਾਬ ਤੋਂ ਮਾਸਟਰ ਤਾਰਾ ਸਿੰਘ ਵੀ ਸੀ। ਐਸੇ 7 ਲੋਕ ਸੀਗੇ ਔਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਕਾਨਪੁਰ ਅਧਿਵੇਸ਼ਨ ਹੋਏਗਾ ਅਗਲੇ ਸਾਲ 1931 ਦੇ ਵਿੱਚ, ਤੇ ਤੁਸੀਂ ਉੱਥੇ ਆਪਣੀ ਝੰਡਾ ਕਮੇਟੀ ਦੀ ਰਿਪੋਰਟ ਰੱਖਣਾ। ਉਹਨਾਂ ਨੇ ਤਿਆਰ ਕੀਤੀ, ਅਧਿਐਨ ਕੀਤਾ ਔਰ ਸਰਬਸੰਮਤੀ ਦੇ ਨਾਲ 7 ਲੋਕਾਂ ਨੇ ਤੈਅ ਕੀਤਾ, ਨਿਰਣੇ ਦਿੱਤਾ ਕਿ ਆਪਣੇ ਦੇਸ਼ ਦਾ ਜਿਹੜਾ ਧਵਜ ਹੈ, ਝੰਡਾ ਹੈ, ਉਹ ਭਗਵਾ ਹੀ ਹੋਣਾ ਚਾਹੀਦਾ ਹੈ। ਉਹ ਅੱਜ ਵੀ ਇਤਿਹਾਸਿਕ ਦਸਤਾਵੇਜ਼ ਹੈ। ਪਰੰਤੂ ਦੇਸ਼ ਦਾ ਦੁਰਭਾਗਯ ਕਹਿ ਸਕੀਏ ਕਿ ਜਿਹੜੀ ਸਰਬਸੰਮਤੀ ਨਾਲ ਫੈਸਲੇ ਹੋਏ ਸੀ, ਉਹ ਕਿਸੇ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹ ਦਿਮਾਗ ਵਿੱਚ ਸੀਗੀ, ਮਹਾਤਮਾ ਗਾਂਧੀ ਦੇ ਮਨ 'ਚ ਸੀਗਾ ਕਿ ਨਹੀਂ, ਇਹ ਭਗਵਾ ਰੰਗ ਤਾਂ ਹਿੰਦੂਆਂ ਦਾ ਰੰਗ ਹੈ। ਇਹ ਬਹੁਤ ਬੜੀ ਗਲਤ ਗੱਲ ਜਿਹੜੀ ਹੈ ਉਸ ਵੇਲੇ ਕੀਤੀ ਗਈ। ਉਸ ਦਾ ਪਰਿਣਾਮ ਦੇ ਬਾਰੇ ਮੈਂ ਅੱਗੇ ਚਰਚਾ ਕਰਾਂਗਾ ਤੁਹਾਡੇ ਨਾਲ ਕਿ ਇੱਕ ਇਹ ਹਿੰਦੂਆਂ ਦਾ ਜਿਹੜਾ ਇਸ ਦੇਸ਼ ਦਾ ਰੰਗ ਸੀ, ਇਸ ਦੇਸ਼ ਦੇ ਰੰਗ ਨੂੰ ਇੱਕ ਹਿੰਦੂਆਂ ਦਾ ਰੰਗ ਕਹਿ ਕੇ ਇੱਕ ਕਿਤਨੀ ਬੜੀ ਸਮੱਸਿਆ ਨੂੰ ਜਨਮ ਦੇ ਦਿੱਤਾ ਗਿਆ, ਜਿਸ ਦਾ ਫਲ ਸਾਨੂੰ, ਦੁਸ਼ਫਲ ਜਿਹੜਾ ਹੈ ਸਾਨੂੰ ਭੋਗਣਾ ਪਿਆ। ਤੇ ਹਿੰਦੂਆਂ ਦਾ ਰੰਗ ਭਗਵਾ ਹੈ ਤਾਂ ਫਿਰ ਇਹਦੇ ਵਿੱਚ ਤਾਂ ਮੁਸਲਮਾਨਾਂ ਦਾ ਵੀ ਰੰਗ ਹੋਣਾ ਚਾਹੀਦਾ, ਕਿਉਂਕਿ ਇੱਥੇ ਮੁਸਲਮਾਨ ਵੀ ਹੈ, ਤਾਂ ਇਹਦੇ ਵਿੱਚ ਕਿ ਹਰਾ ਰੰਗ ਵੀ ਪਾ ਦਿਓ। ਫਿਰ ਇੱਥੇ ਤਾਂ ਈਸਾਈ ਵੀ ਰਹਿੰਦੇ ਹੈ ਤਾਂ ਉਹਨਾਂ ਦਾ ਰੰਗ ਸਫੇਦ ਵੀ ਪਾ ਦਿਓ। ਯਾਨੀ ਝੰਡੇ ਦੇ ਵਿੱਚ ਹੀ, ਝੰਡਾ ਜਿਹੜਾ ਹੈ ਦੇਸ਼ ਦਾ ਪ੍ਰਤੀਕ ਸੀ, ਲੱਖਾਂ ਸਾਲਾਂ ਦਾ ਸਾਡਾ ਦੇਸ਼ ਸੀ, ਉਸ ਨੂੰ ਇੱਕ ਛੋਟੀ ਜਿਹੀ ਸੋਚ ਨੇ ਕਿਸ ਤਰ੍ਹਾਂ ਦੇਸ਼ ਦਾ ਨੁਕਸਾਨ ਕੀਤਾ ਕਿ ਇਹ ਭਗਵਾ ਰੰਗ ਹਿੰਦੂਆਂ ਦਾ ਹੈ, ਹਰਾ ਰੰਗ ਮੁਸਲਮਾਨਾਂ ਦਾ ਹੈ, ਸਫੇਦ ਰੰਗ ਈਸਾਈਆਂ ਦਾ ਹੈ। ਇਸ ਕਰਕੇ ਤਿੰਨੇ ਰੰਗ ਇਹਦੇ 'ਚ ਪਾਉਣੇ ਚਾਹੀਦੇ ਨੇ। ਵਿਚਾਰ ਤਾਂ ਇਹ ਸੀਗਾ, ਲੇਕਿਨ ਲੋਕਾਂ ਨੂੰ, ਦੁਨੀਆ ਨੂੰ ਕੀ ਸਮਝਾਇਆ ਗਿਆ ਕਿ ਭਗਵਾ ਜਿਹੜਾ ਹੈ ਉਹ ਬਲੀਦਾਨ ਦਾ ਪ੍ਰਤੀਕ ਹੈ, ਹਰਾ ਹਰਿਆਲੀ ਦਾ ਪ੍ਰਤੀਕ ਹੈ, ਸਫੇਦ ਰੰਗ ਸ਼ਾਂਤੀ ਦਾ ਪ੍ਰਤੀਕ ਹੈ। ਲੇਕਿਨ ਨੇਤਾਵਾਂ ਦੇ ਦਿਮਾਗ ਦੀ ਸੋਚ ਇਹ ਸੀਗੀ ਔਰ ਉਸ ਦਾ ਪਰਿਣਾਮ ਕੀ ਹੋਇਆ ਕਿ 1931 ਦੇ ਵਿੱਚ ਇਹ ਹੋਇਆ ਔਰ ਉਸ ਤੋਂ ਬਾਅਦ ਤੁਰੰਤ ਆਪਣੇ ਦੇਸ਼ ਦੀ ਬਟਵਾਰੇ ਦੀ ਗੱਲ ਸ਼ੁਰੂ ਹੋ ਗਈ। ਜਦੋਂ ਝੰਡਾ ਵੰਡਿਆ ਗਿਆ, ਜਿਸ ਤਰ੍ਹਾਂ ਇੱਕ ਮਕਾਨ ਬਣਦਾ ਹੈ ਤਾਂ ਮਕਾਨ ਪਹਿਲਾਂ ਕਾਗਜ਼ ਦੇ ਉੱਤੇ ਬਣਦਾ, ਉਸ ਦਾ ਨਕਸ਼ਾ। ਇੱਕ ਵਾਰੀ ਕਾਗਜ਼ 'ਤੇ ਨਕਸ਼ਾ ਬਣ ਜਾਏ ਤਾਂ ਬੜੀ ਤੋਂ ਬੜੀ ਬਿਲਡਿੰਗ ਵੀ ਉਸ ਨਕਸ਼ੇ ਦੇ ਮੁਤਾਬਿਕ ਬਣਦੀ ਹੈ। ਤਾਂ ਉਸ ਦਿਨ ਕੁਝ ਨੇਤਾਵਾਂ ਦੇ ਦੁਆਰਾ ਜਿਹੜਾ ਇਹ ਝੰਡਾ ਵੰਡਿਆ ਗਿਆ ਸੀ, ਉਸ ਦਾ ਪਰਿਣਾਮ 15 ਅਗਸਤ 14 ਅਗਸਤ 1947 ਦੇ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਝੰਡਾ ਵੰਡਿਆ ਗਿਆ ਸੀ ਉਹ ਧਰਤੀ ਵੰਡੀ ਗਈ ਔਰ ਜਿਸ ਦਾ ਨੁਕਸਾਨ ਖਾਸ ਤੌਰ ਸੇ ਪੰਜਾਬ ਦੇ 'ਚ ਆਪਾਂ ਸਾਰੇ ਬੈਠੇ ਹੋਏ ਹਾਂ, ਅਸੀਂ ਸਾਰੇ ਦੇਖ ਰਹੇ ਹਾਂ ਕਿ ਕਿੰਨਾ ਬੜਾ ਨੁਕਸਾਨ ਬੰਗਾਲ ਦਾ ਔਰ ਪੰਜਾਬ ਦਾ ਹੋਇਆ। 10 ਲੱਖ ਤੋਂ ਵੱਧ ਲੋਕ ਮਾਰੇ ਗਏ,
ਇੱਕ ਗਲਤ ਸੋਚ, ਅਧੂਰੀ ਸੋਚ ਦੇ ਕਾਰਨ ਦੇਸ਼ ਦਾ ਕਿਤਨਾ ਨੁਕਸਾਨ ਹੋ ਗਿਆ ਹੈ, ਉਹ ਅਸੀਂ ਇਸ ਝੰਡੇ ਦੇ ਕਾਰਨ, ਇਸ ਝੰਡੇ ਦੀ ਕਥਾ ਦੇ ਰੂਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਮਿੱਤਰੋਂ, ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਕਿ ਜੇ ਤਿਰੰਗਾ ਝੰਡਾ ਸਾਡੇ ਦੇਸ਼ ਦਾ ਹੈ ਤਾਂ ਭਗਵੇ ਝੰਡੇ ਦਾ ਕੀ ਸਥਾਨ ਹੈ? ਇਹ ਬਿਲਕੁਲ ਸਹੀ ਗੱਲ ਹੈ ਕਿ ਤਿਰੰਗਾ ਝੰਡਾ ਸਾਡੇ ਰਾਜ ਦਾ ਧਵਜ ਹੈ, ਦੇਸ਼ ਦਾ ਧਵਜ ਹੈ। ਭਾਰਤ ਦਾ ਧਵਜ ਤਿਰੰਗਾ ਅੱਜ ਹੈ। ਅਸੀਂ ਸੰਵਿਧਾਨਿਕ ਰੂਪ ਨਾਲ ਇਸ ਨੂੰ ਸਵੀਕਾਰ ਕੀਤਾ ਹੈ ਔਰ ਇਸ ਨੂੰ ਅਸੀਂ ਸਵੀਕਾਰ ਕਰਦੇ ਹਾਂ। ਪਰੰਤੂ ਅੱਜ ਵੀ ਸਾਡੇ ਪਰਿਵਾਰਾਂ ਦੇ ਵਿੱਚ ਜੇ ਕੋਈ ਸੁੱਖ ਹੁੰਦਾ ਹੈ, ਕੋਈ ਆਪਾਂ ਨਵਾਂ ਮਕਾਨ ਬਣਾਉਂਦੇ ਹਾਂ, ਕੋਈ ਹਵਨ ਯੱਗ ਕਰਦੇ ਹਾਂ, ਜਾਂ ਸਾਡੇ ਮੰਦਿਰ ਹੈ, ਗੁਰਦੁਆਰਾ ਹੈ, ਜਿਹੜੇ ਵੀ ਧਾਰਮਿਕ ਸਥਾਨ ਹੈ, ਉੱਥੇ ਅੱਜ ਵੀ ਕਿਹੜੇ ਰੰਗ ਦਾ ਧਵਜ ਲੱਗਦਾ ਹੈ? ਤਾਂ ਅਸੀਂ ਦੇਖਦੇ ਹਾਂ ਉਹ ਭਗਵੇ ਰੰਗ ਦਾ ਹੀ ਧਵਜ ਹੈ। ਅਰਥਾਤ ਭਗਵਾ ਧਵਜ ਜਿਹੜਾ ਹੈ ਉਹ ਇੱਕ ਸਾਂਸਕ੍ਰਿਤਿਕ ਭਾਰਤ ਦਾ ਧਵਜ ਹੈ, ਪ੍ਰਾਚੀਨ ਭਾਰਤ ਦੇ ਧਵਜ ਦਾ ਜਿਹੜਾ ਦੇਸ਼ ਦਾ ਧਵਜ ਹੈ। ਅਤੇ ਜਿਹੜਾ ਤਿਰੰਗਾ ਹੈ ਉਹ ਸਾਡਾ ਰਾਜ ਧਵਜ ਹੈ, ਉਸ ਦਾ ਵੀ ਅਸੀਂ ਸਨਮਾਨ ਕਰਦੇ ਹਾਂ। ਲੇਕਿਨ ਭਗਵਾ ਧਵਜ ਜਿਹੜਾ ਹੈ ਇਹ ਸਾਡੇ ਪਿਛਲੇ ਹਜ਼ਾਰਾਂ ਸਾਲਾਂ ਤੋਂ, ਲੱਖਾਂ ਸਾਲਾਂ ਤੋਂ ਪੀੜ੍ਹੀ ਦਰ ਪੀੜ੍ਹੀ ਸਾਨੂੰ ਪ੍ਰਾਪਤ ਹੋਇਆ ਹੈ। ਇਸ ਦਾ ਮਾਨ ਸਨਮਾਨ ਵੀ ਸਾਡੇ ਜੀਵਨ ਦੇ ਵਿੱਚ ਰਹਿਣਾ ਚਾਹੀਦਾ ਹੈ। ਇਸੇ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਸਥਾਪਕ ਡਾਕਟਰ ਕੇਸ਼ਵ ਬਲੀਰਾਮ ਹੈਡਗੇਵਾਰ ਜੀ ਨੇ ਜਦੋਂ 1925 ਦੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਕੀਤੀ ਔਰ ਇਹ ਵਿਸ਼ਾ ਆਇਆ ਕਿ ਵੀ ਆਪਣੇ ਦੇਸ਼ ਸੰਘ ਦਾ ਜਿਹੜਾ ਗੁਰੂ ਕੌਣ ਹੋਣਾ ਚਾਹੀਦਾ, ਤਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਗੁਰੂ ਹੋ। ਲੇਕਿਨ ਸੰਘ ਸੰਸਥਾਪਕ ਨੇ ਕਿਹਾ ਕਿ ਵੀ ਜਿਹੜਾ ਮੈਂ ਕੰਮ ਕਰ ਰਿਹਾ ਅਰਥਾਤ ਸੰਘ ਜਿਹੜਾ ਕੰਮ ਕਰ ਰਿਹਾ ਹੈ ਉਹ ਕੋਈ ਨया ਕੰਮ ਨਹੀਂ ਹੈ। ਇਸ ਕਰਕੇ ਨया ਕੰਮ ਨਹੀਂ ਹੈ ਤਾਂ ਗੁਰੂ ਵੀ ਨया ਨਹੀਂ ਹੋਣਾ ਚਾਹੀਦਾ ਹੈ, ਅਤੇ ਜੇ ਕੰਮ ਪੁਰਾਣਾ ਹੈ ਤਾਂ ਪੁਰਾਣਾ ਹੀ ਗੁਰੂ ਹੋਣਾ ਚਾਹੀਦਾ ਹੈ। ਤਾਂ ਪੁਰਾਣਾ ਕੰਮ ਹੈ ਨਹੀਂ ਕੀ ਹੈ? ਤਾਂ ਜਿਹੜਾ ਲੱਖਾਂ ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਪਰੰਪਰਾ ਰਹੀ ਹੈ, ਵਿਧਾਯस्य ਧਰਮस्य ਸੰਰक्षणम, ਧਰਮ ਦੀ ਰੱਖਿਆ ਕਰਨਾ। ਤਾਂ ਧਰਮ ਦੀ ਰੱਖਿਆ ਕਰਨਾ, ਧਰਮ ਦੀ ਰਾਖੀ ਕਰਨ ਲਈ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਹੋਈ ਹੈ। ਤਾਂ ਧਰਮ ਦੀ ਰਾਖੀ ਕਰਨ ਲਈ ਜਿਹੜੇ ਗੁਰੂ ਸਨ ਉਹੀ ਗੁਰੂ ਹੁਣ ਵੀ ਸਾਡੇ ਕੋਲ ਰਹਿਣਗੇ, ਉਹੀ ਸਾਡੇ ਗੁਰੂ ਰਹਿਣਗੇ। ਇਸ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਆਜ਼ਾਦੀ ਤੋਂ ਪਹਿਲਾਂ, ਯਾਨੀ ਆਜ਼ਾਦੀ ਤਾਂ 15 ਅਗਸਤ 1947 ਦੇ ਵਿੱਚ ਮਿਲੀ, ਪਰ ਸੰਘ ਨੇ 1925 ਦੇ ਵਿੱਚ ਜਿਹੜਾ ਸੰਘ ਸ਼ੁਰੂ ਹੋਇਆ, ਤਾਂ ਸੰਘ ਨੇ 1927 ਦੇ ਵਿੱਚ ਭਗਵੇ ਧਵਜ ਨੂੰ ਸੰਘ ਆਪਣਾ ਗੁਰੂ ਜਿਹੜਾ ਹੈ ਉਹ ਸਵੀਕਾਰ ਕੀਤਾ। ਔਰ ਪਿਛਲੇ ਲਗਭਗ ਥੋੜੇ ਸਮੇਂ ਬਾਅਦ ਆਉਣ ਵਾਲੇ 2025 ਤੱਕ 100 ਸਾਲ ਦਾ ਸੰਘ ਹੋ ਜਾਏਗਾ। ਲਗਭਗ ਇਹ 95 ਸਾਲ ਤੱਕ ਦੀ ਆਯੂ ਦੇ ਵਿੱਚ ਸੰਘ ਦਾ ਕੰਮ ਜਿਹੜਾ ਹੈ ਇਹ ਭਗਵਾ ਧਵਜ ਦੇ ਥੱਲੇ ਹੀ ਹੋ ਰਿਹਾ। ਅੱਜ ਅਸੀਂ ਦੇਖਦੇ ਹਾਂ ਕਿ ਕਿਸੇ ਜ਼ਮਾਨੇ ਦੇ ਵਿੱਚ ਨਾਗਪੁਰ ਦੇ ਵਿੱਚ ਇੱਕ ਛੋਟੇ ਜਿਹੇ ਮੈਦਾਨ ਦੇ ਵਿੱਚ ਇੱਕ ਧਵਜ ਲੱਗਿਆ ਸੀ ਔਰ ਉਸ ਧਵਜ ਦੇ ਥੱਲੇ ਕੁਝ ਸਵੈਮ ਸੇਵਕ ਇਕੱਠੇ ਹੋ ਕੇ ਗੀਤ ਬੋਲਦੇ ਨੇ, ਖੇਲ ਖੇਲਦੇ ਸੀ। ਅੱਜ ਉਸ ਧਵਜ ਜਿਹੜਾ ਹੈ ਉਹ ਪੂਰੇ ਦੇਸ਼ ਹੀ ਕਿਆ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਿਆ ਹੈ। ਭਾਰਤ ਦੇ ਲਗਭਗ 70,000 ਥਾਵਾਂ ਦੇ ਉੱਤੇ, ਦੁਨੀਆ ਦੇ ਲਗਭਗ 35 ਦੇਸ਼ਾਂ ਦੇ ਵਿੱਚ ਅੱਜ ਇਸ ਭਗਵਾ ਧਵਜ ਦੇ ਥੱਲੇ 1 ਘੰਟੇ ਲਈ ਸਵੈਮ ਸੇਵਕ ਇਕੱਠੇ ਹੁੰਦੇ ਨੇ। ਦੇਸ਼ ਭਗਤੀ ਸਵੈਮ ਸੇਵਕ ਇਕੱਠੇ ਹੋ ਕੇ ਦੇਸ਼ ਭਗਤੀ ਦਾ ਗੀਤ ਬੋਲਦੇ ਨੇ, ਮਹਾਂਪੁਰਸ਼ਾਂ ਨੂੰ ਯਾਦ ਕਰਦੇ ਨੇ। ਔਰ ਭਗਵਾ ਧਵਜ ਦੇ ਸਾਹਮਣੇ ਜਦ ਅਸੀਂ ਭਗਵਾ ਧਵਜ ਨੂੰ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਲੱਖਾਂ ਸਾਲਾਂ ਦਾ ਇਤਿਹਾਸ ਭਗਵਾਨ ਰਾਮ ਕ੍ਰਿਸ਼ਨ ਤੋਂ ਲੈ ਕੇ, ਗੁਰੂ ਪਰੰਪਰਾ ਤੋਂ ਲੈ ਕੇ, ਮਹਾਂਪੁਰਸ਼ਾਂ ਤੋਂ ਲੈ ਕਰਕੇ ਪੂਰੇ ਦੇਸ਼ ਨੂੰ ਇੱਕ ਦਿਸ਼ਾ ਦੇਣ ਵਾਲਾ ਧਵਜ ਜਿਹੜਾ ਪੂਰੇ ਦੇਸ਼ ਦੀ ਦਿਸ਼ਾ ਤੈਅ ਕਰਦਾ, ਦਸ਼ਾ ਤੈਅ ਕਰਦਾ ਹੈ। ਔਰ ਜਦੋਂ ਇਸ ਦੇਸ਼ ਨੇ ਭਗਵਾ ਧਵਜ ਨੂੰ ਅੱਗੇ ਰੱਖ ਕੇ, ਭਗਵਾ ਧਵਜ ਨੂੰ ਗੁਰੂ ਮੰਨ ਕੇ ਭਗਵਾ ਧਵਜ ਦਾ ਸਨਮਾਨ ਕੀਤਾ ਹੈ। ਭਗਵਾ ਧਵਜ ਨੇ ਇਸ ਪੂਰੇ ਦੇਸ਼ ਦੀ ਰਾਖੀ ਕੀਤੀ ਹੈ। ਇਸ ਭਗਵੇ ਧਵਜ ਨੇ ਪੂਰੇ ਦੇਸ਼ ਨੂੰ ਜੋੜ ਕੇ ਰੱਖਿਆ ਹੈ। ਐਸਾ ਪਵਿੱਤਰ ਭਗਵਾ ਧਵਜ ਦੀ ਛਤਰ ਛਾਇਆ ਦੇ ਵਿੱਚ ਪ੍ਰਤੀਦਿਨ ਸੰਘ ਦੇ ਸਵੈਮ ਸੇਵਕ ਇਕੱਠੇ ਹੋ ਕੇ ਦੇਸ਼ ਔਰ ਸਮਾਜ ਦੀ ਸੇਵਾ ਦਾ ਕੰਮ ਕਰਦੇ ਨੇ, ਸੰਕਲਪ ਲੈਂਦੇ ਨੇ, ਆਪਣਾ ਮਨ, ਆਪਣੀ ਬੁੱਧੀ, ਆਪਣਾ ਸਰੀਰ ਤਿਆਰ ਕਰਦੇ ਨੇ। ਧਰਮ ਦੀ ਰਾਖੀ ਕਰਨਾ, ਇਹ ਸਾਰਾ ਸਰੀਰ, ਮਨ, ਬੁੱਧੀ ਕਿਉਂ ਤਿਆਰ ਕਰਨਾ? ਤਾਂ ਆਪਣੇ ਦੇਸ਼ ਦੇ ਲਈ ਜਦੋਂ ਵੀ ਕੋਈ ਸੰਕਟ ਖੜਾ ਹੁੰਦਾ ਹੈ ਉਸ ਵੇਲੇ ਆਪਣਾ ਸਰਵਸਵ ਅਰਪਣ ਕਰਕੇ ਦੇਸ਼ ਔਰ ਸਮਾਜ ਦੀ ਰਾਖੀ ਕਰਨਾ। ਹੁਣੇ ਕੋਰੋਨਾ ਦਾ ਸੰਕਟ ਸਾਡੇ ਸਾਹਮਣੇ ਖੜਾ ਹੋਇਆ ਤਾਂ ਅਸੀਂ ਸਾਰਿਆਂ ਨੇ ਦੇਖਿਆ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਵੀ
किस तरह स्वयं सेवकों ने परिवारों के जाके भोजन पहुँचाया, रक्तदान किया, मास्क वंडे, छोटे छोटे बच्चों तक दुध पहुँचाया, सब्जी पहुँचाई। पूरे देश पर ने एक देखा कि संघ के स्वयं सेवक जदों कि डॉक्टर बाकी सारे लोगों दी भी बहुत बड़ी सेवा रही है। परिवार के लोग भी जदों संकोच करते सी निकलन तो करते रोकते सी भी तुसी घरों बाहर ना जाओ, ऐसे मौके पे संघ के स्वयं सेवक बाहर गए और बाहर निकल के उन्होंने समाज की सेवा की है। बहुत सारे स्वयं सेवकों का बलिदान भी होया है इस दौरान। तो एक कोरोना संकट के समय धर्म के लिए बलिदान होना, अर्थात कई बार लोगों को लगता है कि देश लिए बलिदान होने का मतलब है भी युद्ध के विच बलिदान हो जाना। डॉक्टर हेडगेवार जी का कथन सी भी देश के लिए जीना सीखे। जदों साडा देश गुलाम सी उस वेले देश के लिए काम करते करते मरन की भी जरूरत पै जाए तो ये देश भक्ति सी। पर जदों साडा देश आज़ाद है तो इस आज़ाद देश नूं चंगा बनाने लई, महान बनाने लई, सारी दुनिया दे विच सर्वोच्च देश बनाने दे लई इसके लिए जीण की जरूरत है। जिस तरह शुरुआत दे विच मैं गल की है कि राम जी का चाहे व्यक्तिगत जीवन है, चाहे कृष्ण जी का व्यक्तिगत जीवन है, उन्हां सारिया चीज़ों के विच देश पहले नंबर ते। तो जदों देश साडे जीवन के पहले नंबर पर रहेगा तो निश्चित ही साडा देश अगे बढ़ेगा। राष्ट्रीय स्वयं सेवक संघ की ताकत इतनी नहीं है जितनी लोगों को नज़र आती है, पर उसका प्रभाव बहुत है। अज साढ़े 6 लाख पिंड ने, साढ़े 6 लाख पिंडों के विचों लगभग 1 लाख पिंडों तक साड़ी संघ की पहुँच है। लेकिन 1 लाख पिंडों के विच वो चाहे 4 स्वयं सेवक हैं, 5 स्वयं सेवक हैं, 10 स्वयं सेवक हैं, वो दिन प्रतिदिन एक स्थान पर इकट्ठे होकर भारत माता की प्रार्थना बोलते हैं, मंत्र जपते हैं। उद्देश्य यही है, देश की गल है। इस करके वो उस पिंड के विच 5, 7, 10 स्वयं सेवक भी इकट्ठे होकर शाखा लगाते हैं तो उन्होंने अंदर उस पिंड के सारे सज्जना की शक्ति उन्होंने अंदर आ जाती है। इस करके उस पिंड के विच कोई भी चंगा काम वो करना चाहते हैं तो पूरा पिंड उन्होंने सहयोग करता है। इस तरह की समाजिक शक्ति का जागरण करन दे लई करते हुए असी राष्ट्रीय स्वयं सेवक संघ को देख रहे हैं। इस करके दुनिया के सामने एक अज समाजिक संगठन के रूप के विच जिहड़ी संघ की छवि बनी है, एक देशभगत संगठन की छवि बनी है, उसके पिछे का मूल भाव साडा गुरु है। क्योंकि गुरु कोई व्यक्ति नहीं है, गुरु एक साडे जीवन का आदर्श है, एक रोल मॉडल है कि मैं ऐसा बनना है। और सच्चा सिख वही है, सच्चा शिष्य वही है जिहड़ा कि अपने गुरु दे पग चिन्हां ते चलते चलते गुरु जैसा बन जाए। सत्यम शिवम सुंदरम। गुरु का जिहड़ा लक्ष्य है वही मेरे जीवन का लक्ष्य हो जाए, गुरु के जिहड़े काम ने वही मेरे काम हो जान, गुरु की बाणी ही मेरी बाणी हो जाए। अर्थात देश के बारे ही मैं सोचा, देश के बारे ही बोला, हर मेरा कर्म देश के लिए होवे। ऐसी एक सोच के कारण, ऐसी सोच नूं लैके राष्ट्रीय स्वयं सेवक संघ के करोड़ों स्वयं सेवक भगवा ध्वज नूं अपना गुरु मन के उस दे वल वध रहे हैं। आप गीत भी बोल रहे हैं भी लाखां करोड़ों चरण जिहड़े ने वो लक्ष्य की तरफ वध रहे हैं। और वो लक्ष्य की है? भारत माता की जय। किसी व्यक्ति की जय नहीं है, किसी संगठन की भी जय नहीं है, भारत की जय है। और जब भारत की जय होएगी तो इस भारत के रहने वाले 130 करोड़ लोग हैं, जीव जंतु हैं, इत्थे दी मिट्टी है, इत्थे दे मान बिंदु हैं, इत्थे दा समाज है, हर किसी की जय जयकार होएगी। तो ये जय जयकार पिछले लखां वर्षों तो इस भगवा ध्वज के थले नेतृत्व के होंदी चली आई है। और राष्ट्रीय स्वयं सेवक संघ भी इसे भगवा ध्वज को अपना गुरु मन के इसके पद चिन्ह से चलते हुए त्याग, बलिदान, समर्पण और जीवन का प्रतीक बन के संघ के करोड़ों स्वयं सेवक पूरे देश भर के काम कर रहे हैं। अज व्यास पूर्णिमा के उत्सव से, गुरु पूर्णिमा के उत्सव से असी यही निवेदन करते हैं, अपने गुरु तो यही आशीष मंगते हैं कि असी भी अपने गुरु जैसा बन सकीए, अपने गुरु की इच्छा पूरी कर सकीए और गुरु दे की तरह अपना जीवन भी आप गुरु दे समर्पित होकर गुरु जैसा ही बन सकीए।
ਐਸਾ ਨਿਵੇਦਨ ਕਰਦਾ ਹੋਇਆ, ਐਸੀ ਇੱਛਾ ਰੱਖਦਾ ਹੋਇਆ, ਮੈਂ ਪੁਨः ਦੁਬਾਰਾ ਤੁਹਾਨੂੰ ਸਾਰਿਆਂ ਨੂੰ ਇਸ ਗੁਰਪੁਰਬਾਂ ਦੇ ਮੌਕੇ 'ਤੇ ਸ਼ੁਭਕਾਮਨਾ ਦਿੰਦਾ ਹੋਇਆ ਆਪਣੇ ਵਿਚਾਰ ਜਿਹੜੇ ਨੇ